ਤੁਸੀਂ ਦੇਖ ਰਹੇ ਹੋ ਨਿਊਜ਼ 24 ਪੰਜਾਬ। ਨਿਊਜ਼ 24 ਪੰਜਾਬ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਆਏ ਹਾਂ ਓਮ ਅਨੰਤ ਗੁਰੂ ਜੀ ਮਹਾਰਾਜ ਜੀ ਕੋਲ, ਔਰ ਇਹਨਾਂ ਨਾਲ ਵਿਚਾਰ ਚਰਚਾ ਹੋਏਗੀ ਧਰਮ ਔਰ ਧਿਆਨ ਬਾਰੇ। ਧਿਆਨ ਕੀ ਹੈ, ਅਸੀਂ ਪਹਿਲਾ ਕੁਐਸਚਨ ਗੁਰੂ ਜੀ ਨਾਲ ਕਰਾਂਗੇ। ਧਿਆਨ ਕੀ ਹੈ? ਲੋਕ ਅੱਜ ਆਪਣੇ ਵਾਸਤੇ ਸਮੇਂ ਬਹੁਤ ਘੱਟ ਕੱਢ ਰਹੇ ਨੇ, ਡਿਪਰੈਸ਼ਨ 'ਚ ਜਾ ਰਹੇ ਨੇ। ਉਹਨਾਂ ਸਾਰੀਆਂ ਚੀਜ਼ਾਂ ਤੋਂ ਇਜਾਦ ਪਾਉਣ ਵਾਸਤੇ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ, ਧਿਆਨ ਬਹੁਤ ਜ਼ਰੂਰੀ ਹੈ। ਗੁਰੂ ਜੀ ਸਵਾਗਤ ਹੈ ਤੁਹਾਡਾ। ਔਰ ਅੱਜ ਸਮੇਂ ਦੇ ਅਨੁਸਾਰ ਜੋ ਲੱਗ ਰਿਹਾ ਕਿ ਧਿਆਨ ਬਹੁਤ ਜ਼ਰੂਰੀ ਹੈ, ਧਿਆਨ ਹੈ ਕੀ ਹੈ? ਧਿਆਨ ਦਾ ਜ਼ਰੂਰੀ ਹੋਣਾ ਤੇ ਇਹਦਾ ਜੀਵਨ ਦਾ ਇੱਕ ਪਾਰਟ ਹੋਣਾ, ਦੋਨਾਂ 'ਚ ਇੱਕ ਥੋੜ੍ਹਾ ਜਿਹਾ ਫ਼ਰਕ ਹੈ। ਜ਼ਰੂਰੀ ਹੋਣਾ ਕਿਉਂ ਹੈ? ਅੱਜ ਅਸੀਂ ਨਾ ਸਟਰੈਸ ਬੇਵਜ੍ਹਾ ਦਾ ਬਹੁਤ ਜ਼ਿਆਦਾ ਲੈਂਦੇ ਹਾਂ। ਸਟਰੈਸ ਤੁਸੀਂ ਸਮਝ ਸਕਦੇ ਹੋ, ਹਰ ਚੀਜ਼ ਦੀ ਚਿੰਤਾ। ਅੱਜ ਦਾ ਬੱਚਾ ਹੈ ਨਾ, ਉਹਦੇ ਹੱਥੋਂ ਫੋਨ ਖਿੱਚ ਲਓ, ਪਾਗਲ ਹੋ ਜਾਂਦਾ ਗੁੱਸੇ ਨਾਲ। ਇਸ ਚੀਜ਼ ਨੂੰ ਵਾਧਾ ਦਿੱਤਾ ਸਾਡੀਆਂ ਕੁਝ ਐਡਿਕਟਿਵ ਗੇਮਸ ਨੇ, ਜੋ ਅਸੀਂ ਸਮਝਦੇ ਹਾਂ ਇੱਕ ਐਡਿਕਸ਼ਨ ਦੀ ਸਿਚੁਏਸ਼ਨ ਹੈ। ਅਸੀਂ ਅੱਜ ਤੋਂ ਲਗਭਗ 10 ਸਾਲ ਪਹਿਲਾਂ ਨਾ ਨਸ਼ਾ ਛੁਡਾਊ ਕੇਂਦਰਾਂ ਦਾ ਵਿਸਤਾਰ ਹੁੰਦਾ ਦੇਖ ਲਿਆ। ਕਿਉਂ ਹੋਇਆ? ਕਿ ਇੱਕ ਐਡਿਕਸ਼ਨ ਦੀ, ਇੱਕ ਲੱਤ ਲੱਗਣ ਦੀ ਆਦਤ ਹੈ ਇਨਸਾਨ ਨੂੰ। ਅਸੀਂ ਕਿਸੇ ਵੀ ਇਹੋ ਜਿਹੀ ਚੀਜ਼ ਦੇ ਨਾਲ ਜੁੜ ਕੇ ਉਹਦੀ ਲੱਤ ਲਾ ਲੈਂਦੇ ਹਾਂ, ਫਿਰ ਅਸੀਂ ਉਹ 'ਚੋਂ ਨਿਕਲ ਨਹੀਂ ਪਾਉਂਦੇ। ਜਦੋਂ ਤੁਹਾਨੂੰ ਉਹ ਤੋਂ ਹਲਕਾ ਜਿਹਾ ਦੂਰ ਕੀਤਾ ਜਾਂਦਾ ਨਾ, ਅੰਦਰੋਂ ਇੱਕ ਬੇਚੈਨੀ ਆਉਂਦੀ ਹੈ, ਫਿਰ ਇੱਕ ਮਨ 'ਚ ਚਿੰਤਾ ਆਉਂਦੀ ਹੈ। ਇੱਕ ਮਾਈਂਡਸੈਟ ਸਾਡਾ ਇੱਦਾਂ ਦਾ ਹੋ ਗਿਆ ਹੌਲੀ ਹੌਲੀ, ਕਿਉਂਕਿ ਉਸੇ ਇੱਕ ਜਨਰੇਸ਼ਨ ਨੇ ਅੱਗੇ ਵਾਲੀ ਜਨਰੇਸ਼ਨ ਨੂੰ ਵੀ ਲਿਆਂਦਾ। ਇੱਕ ਮਾਈਂਡਸੈਟ ਇੱਦਾਂ ਦਾ ਹੋ ਗਿਆ, ਤੁਸੀਂ ਹਰ ਚੀਜ਼ ਨੂੰ, ਜਦੋਂ ਉਹ ਚੀਜ਼ ਤੁਹਾਡੇ ਤੋਂ ਦੂਰ ਹੁੰਦੀ ਨਾ, ਤੁਸੀਂ ਬੇਚੈਨ ਹੋ ਜਾਂਦੇ ਹੋ। ਤੁਹਾਨੂੰ ਉਹ ਚੀਜ਼ ਵਾਸਤੇ ਚਿੰਤਾ, ਬੇਵਜ੍ਹਾ ਦਾ ਸਟਰੈਸ ਲੈਣ ਦੀ ਆਦਤ ਹੋ ਗਈ। ਦੂਜੀ ਗਲਤ ਆਦਤ ਅੱਜ ਦੀ ਸਮਾਜ ਦੀ ਉਹ ਹੈ ਹਰ ਚੀਜ਼ ਦੇ ਬਾਰੇ ਲੰਬੇ ਸਮੇਂ ਤੱਕ ਸੋਚਣਾ। ਓਵਰ ਥਿੰਕਿੰਗ ਇੱਕ ਵਰਡ ਹੈ, ਬਹੁਤ ਸਰਲ ਭਾਸ਼ਾ 'ਚ ਲੋਕ ਸਮਝਦੇ ਹੈ ਕਿ ਅਸੀਂ ਉਹਨੂੰ ਕੀ ਕਰ ਰਹੇ ਹਾਂ। ਇੱਕ ਵਿਚਾਰ ਜੋ ਹੁਣ ਹੋਇਆ, ਅਸੀਂ ਉਹਦੇ ਬਾਰੇ 6 ਦਿਨਾਂ ਤੱਕ, 10 ਦਿਨਾਂ ਤੱਕ, 6 ਮਹੀਨੇ ਤੱਕ ਸੋਚਦੇ ਰਹਿੰਦੇ ਹਾਂ। ਸਾਨੂੰ ਪਤਾ ਸੋਚਣ ਨਾਲ ਕੁਛ ਨਹੀਂ ਬਦਲਣਾ, ਪਰ ਅਸੀਂ ਉਹਨੂੰ ਸੋਚਣਾ ਨਹੀਂ ਛੱਡਦੇ। ਉਹ ਜਿਹੜੀ ਸਿਚੁਏਸ਼ਨ ਹੈ ਕਿ ਤੁਸੀਂ ਉਹਨੂੰ ਸੋਚਣਾ ਛੱਡ ਹੀ ਨਹੀਂ ਰਹੇ, ਉਹ ਤੁਹਾਡੀ ਮੈਂਟਲ ਸਟੇਬਿਲਿਟੀ ਨੂੰ ਖ਼ਤਮ ਕਰ ਰਿਹਾ, ਤੁਹਾਡੇ ਮਨ ਦੇ ਵਿਚਾਰਾਂ ਨੂੰ ਬਰਬਾਦ ਕਰ ਦੇਗਾ। ਇੱਕ ਦਿਮਾਗ ਜਿਹਦੇ ਵਿੱਚ ਇੰਨੀ ਸ਼ਮਤਾ ਹੈ, ਜੋ ਦੁਨੀਆ ਭਰ ਦੇ ਗਿਆਨ ਨੂੰ ਆਪਣੇ ਅੰਦਰ ਸਮਾ ਸਕਦਾ, ਤੁਸੀਂ ਉਹਨੂੰ ਇੱਕ ਵਿਚਾਰ ਦੇ ਨਾਲ ਸੀਮਿਤ ਕਰਤਾ। ਉਸ ਤੋਂ ਬਾਅਦ ਉਸੇ ਵਿਚਾਰ ਦੇ ਆਸ-ਪਾਸ ਉਹ ਘੁੰਮਦਾ ਰਿਹਾ। ਇੱਕ ਟਾਈਮ ਤੋਂ ਬਾਅਦ ਤੁਹਾਡੇ ਸਬਕੌਂਸ਼ੀਅਸ ਦੇ ਵਿੱਚ ਉਹ ਵਿਚਾਰ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਹੈ ਕਿ ਉਹ ਤੁਹਾਡੀ ਸੋਚ ਧਾਰਾ ਦਾ ਬੇਸ ਹੋ ਜਾਂਦਾ। ਤੁਹਾਡੀ ਹਰ ਸੋਚ ਦੇ ਵਿੱਚ ਉਸ ਇੱਕ ਸਿਚੁਏਸ਼ਨ ਨੇ ਕਿਤੇ ਨਾ ਕਿਤੇ ਇੰਪੈਕਟ ਕਰਨਾ। ਤੁਹਾਨੂੰ ਉਸ ਸਿਚੁਏਸ਼ਨ ਦੇ ਨਾਲ ਹੋਈਆਂ ਚੀਜ਼ਾਂ ਦੇ ਨਾਲ ਰਿਲੇਟ ਕਰਕੇ ਹਰ ਚੀਜ਼ ਨੂੰ ਸੋਚਣ ਦੀ ਆਦਤ ਹੋ ਜਾਣੀ। ਹੁਣ ਜਦੋਂ ਤੁਸੀਂ ਉਸ ਤਰ੍ਹਾਂ ਕਿਸੇ ਵੀ ਚੀਜ਼ ਨੂੰ ਸੋਚਦੇ ਹੋ, ਉਹ ਗਲਤ ਹੋ ਜਾਂਦਾ। ਇੱਕ ਸਿਗਰਟ ਪੀਣ ਵਾਲਾ ਬੰਦਾ, ਉਹ ਖੁਸ਼ ਹੈ, ਉਹ ਸਿਗਰਟ ਪੀ ਰਿਹਾ, ਉਹ ਟੈਨਸ਼ਨ 'ਚ ਉਹ ਸਿਗਰਟ ਪੀ ਰਿਹਾ, ਉਹ ਪਾਰਟੀ 'ਚ ਬੈਠਾ ਸਿਗਰਟ ਪੀ ਰਿਹਾ, ਮੰਦਰ 'ਚ ਬੈਠਾ ਉਹਨੇ ਨਿਕਲ ਕੇ ਸਿਗਰਟ ਪੀ ਲੈਣੀ। ਕਿਉਂ? ਉਹਦਾ ਹਰ ਵਿਚਾਰ ਸਿਗਰਟ ਦੇ ਨਾਲ ਜੁੜ ਗਿਆ। ਅਸੀਂ ਉਹਨੂੰ ਐਡਿਕਸ਼ਨ ਮੰਨਦੇ ਹਾਂ? ਅਸੀਂ ਮੰਨਦੇ ਹਾਂ ਉਸ ਬੰਦੇ ਨੂੰ ਨਸ਼ਾ ਛੁਡਾਊ ਕੇਂਦਰ ਜਾਣ ਦੀ ਲੋੜ ਹੈਗੀ ਹੈ। ਜਦੋਂ ਤੁਸੀਂ ਇੱਕ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਉੱਦਾਂ ਦੀ ਮਹੱਤਵਤਾ ਦੇ ਦਿੱਤੀ ਕਿ ਤੁਹਾਡੇ ਹਰ ਅਗਲੇ ਵਿਚਾਰ ਨੂੰ ਉਸ ਚੀਜ਼ ਦੇ ਬਿਨਾਂ ਚੱਲਣਾ ਹੀ ਨਹੀਂ ਆ ਰਿਹਾ, ਉਹ ਤੁਹਾਡੇ ਦਿਮਾਗ ਦੀ ਸੀਮਿਤ ਦਾਇਰਾ ਹੋ ਗਿਆ। ਇੱਕ ਸੀਮਿਤ ਦਰ ਦੇ ਵਿੱਚ ਤੁਸੀਂ ਬੰਨੇ ਗਏ। ਉਹ ਚੀਜ਼ ਤੁਹਾਨੂੰ ਗਰੋ ਨਹੀਂ ਕਰਨ ਦੇਗੀ, ਕਦੀ ਵੀ ਤੁਸੀਂ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲ ਪਾਉਂਦੇ। ਧਿਆਨ ਯੋਗ ਤੁਹਾਨੂੰ ਸਭ ਤੋਂ ਪਹਿਲਾਂ ਸਥਿਰ ਕਰਨ 'ਚ ਸਪੋਰਟ ਕਰਦਾ। ਧਿਆਨ ਯੋਗ ਦੇ ਵੀ ਵੱਖਰੇ ਵੱਖਰੇ ਪਹਿਲੂ ਨੇ। ਇੱਕ ਹੈ ਧਿਆਨ ਯੋਗ ਅਸੀਂ ਆਪਣੇ ਵਾਸਤੇ ਕਰਦੇ ਹਾਂ, ਇੱਕ ਹੈ ਅਸੀਂ ਆਪਣੇ ਆਪ ਨੂੰ ਠੀਕ ਕਰਨ ਲਈ ਕਰਦੇ ਹਾਂ, ਦੂਜਾ ਹੈ ਆਪਣੇ ਆਪ ਨੂੰ ਸੰਭਾਲੇ ਰੱਖਣ ਲਈ ਕਰਦੇ ਹਾਂ, ਤੀਜਾ ਹੈ ਸਮਾਜ ਲਈ ਕਰਦੇ ਹਾਂ। ਜਿਹੜੇ ਪਹਿਲੇ ਦੋ ਪਹਿਲੂ ਹੈ, ਇਹ ਦੋਨੋਂ ਹੈ ਕਿ ਅਸੀਂ ਆਪਣੇ ਲਈ ਕਰ ਰਹੇ ਹਾਂ, ਦੂਜਾ ਹੈ ਅਸੀਂ ਸਮਾਜ ਲਈ ਕਰ ਰਹੇ ਹਾਂ। ਹੁਣ ਜਿਹੜਾ ਪਹਿਲਾ ਪਹਿਲੂ ਹੈ, ਇਹਦੇ ਦੋਨੋਂ ਪਾਰਟਸ, ਜੇ ਤੁਸੀਂ ਆਪਣੇ ਲਈ ਕਰਦੇ ਹੋ ਜਾਂ ਸਮਾਜ ਲਈ ਕਰਦੇ ਹੋ, ਇਹਦੇ ਵਿੱਚ ਇੱਕ ਚੀਜ਼ ਰਹਿੰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਖੁੱਲ੍ਹ ਕੇ ਨਹੀਂ ਕਰਦੇ। ਉਹਦਾ ਕੰਮ ਹੈ ਕਿ ਉਹ ਤੁਹਾਨੂੰ ਸੰਭਾਲੇ, ਉਹਦਾ ਰੋਲ ਹੈ ਉਹ ਤੁਹਾਨੂੰ ਅੰਦਰੋਂ ਦੀ ਪਹਿਲਾਂ ਸਥਿਰ ਕਰੇ। ਫਿਰ ਜਿਹੜੇ ਤੁਸੀਂ ਵਿਚਾਰਾਂ ਨੂੰ ਇੰਨਾ ਜ਼ਿਆਦਾ ਸੋਚਦੇ ਹੋ, ਉਹ ਆਪਣੇ ਆਪ ਘਟ ਜਾਂਦੇ। ਉਹ ਵਿਚਾਰ ਇੰਨਾ ਕਿਉਂ ਆ ਰਿਹਾ ਮਨ 'ਚ? ਕਿ ਤੁਸੀਂ ਹਰ ਸਿਚੁਏਸ਼ਨ ਦੇ ਵਿੱਚ ਉਸ ਵਿਚਾਰ ਨੂੰ ਸਮੇਂ ਦਿੱਤਾ, ਬਟ ਉਸ ਵਿਚਾਰ ਨੂੰ ਐਕਚੁਅਲ 'ਚ ਪੂਰਾ ਸਮੇਂ ਨਹੀਂ ਦਿੱਤਾ। ਉਹ ਵਿਚਾਰ ਘਰ ਕਰ ਗਿਆ। ਦੂਜਾ, ਤੁਹਾਨੂੰ ਆਦਤ ਹੋ ਗਈ ਉਸ ਵਿਚਾਰ ਦੇ ਵਿੱਚ ਘੁੰਮਣ ਦੀ।
ਇੱਦਾਂ ਦੇ ਵਿਚਾਰ ਸਾਡੇ ਕੋਲ ਹਫ਼ਤੇ 'ਚ 10 ਆਉਂਦੇ ਆ। ਹਫ਼ਤੇ 'ਚ ਜਦੋਂ ਤੁਹਾਡੇ ਕੋਲ ਇੱਦਾਂ ਦੇ 10 ਵਿਚਾਰ ਆਏ, ਜਿਨ੍ਹਾਂ ਨੂੰ ਤੁਸੀਂ ਲਗਭਗ ਆਪਣੇ ਜੀਵਨ ਦੇ ਵਿੱਚ ਡੇਲੀ ਰੂਟੀਨ 'ਤੇ ਅੱਧਾ ਘੰਟਾ ਵੀ ਦੇ ਰਹੇ ਹੋ, ਹੌਲੀ ਹੌਲੀ ਨਵੇਂ ਵਿਚਾਰ ਨੇ ਪਹਿਲੇ ਵਾਲੇ ਵਿਚਾਰ ਦਾ ਸਮੇਂ ਘਟਾਤਾ, ਆਪਣਾ ਸਮੇਂ ਵਧਾ ਲਿਆ। ਜਿਹਦਾ ਸਮੇਂ ਘਟੇਗਾ ਬਟ ਉਹਨੂੰ ਜਵਾਬ ਨਹੀਂ ਮਿਲਿਆ, ਸਾਡੇ ਮਨ 'ਚ ਰਹਿ ਗਿਆ ਕਿ ਇਹ ਵਿਚਾਰ ਦਾ ਹੱਲ ਹੋਇਆ ਨਹੀਂ ਹੈਗਾ, ਦਿਮਾਗ 'ਚ ਹੈ, ਉਹ ਤੁਹਾਨੂੰ ਗਰੋਥ ਨਹੀਂ ਕਰਨ ਦੇਗਾ ਕਦੀ ਵੀ। ਤੁਸੀਂ ਚੱਲੀ ਗਏ ਧਿਆਨਯੋਗ ਜਦੋਂ ਤੁਸੀਂ ਸ਼ੁਰੂ ਕਰਦੇ ਹੋ, ਸਭ ਤੋਂ ਪਹਿਲਾਂ ਇਹ ਚੀਜ਼ ਜਿਹੜੀ ਤੁਹਾਡੀ ਉਸ ਵਿਚਾਰ ਨੂੰ ਨਾ ਛੱਡਣ ਵਾਲੀ ਚੀਜ਼ ਹੈ, ਉਹ ਹਟ ਜਾਏਗੀ। ਲੋਕ ਕਰਦੇ ਆ ਮੈਡੀਟੇਸ਼ਨ ਵਿੱਚ ਬੈਠੇ ਆ ਜੀ, ਅਸੀਂ ਡੇਲੀ 5 ਮਿੰਟ ਮੈਡੀਟੇਸ਼ਨ ਕਰਦੇ ਹਾਂ, 15 ਮਿੰਟ ਮੈਡੀਟੇਸ਼ਨ ਕਰਦੇ ਹਾਂ, ਆਪਣੇ ਆਪ ਨੂੰ ਵੀ ਬੇਵਕੂਫ ਬਣਾ ਰਹੇ ਨੇ ਅਤੇ ਸਮਾਜ ਨੂੰ ਵੀ ਬੇਵਕੂਫ ਬਣਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਧਿਆਨ ਯੋਗ ਦਾ ਸਭ ਤੋਂ ਸਟਾਰਟਿੰਗ ਦਾ ਟਾਈਮ 45 ਮਿੰਟ ਹੈ। 35 ਮਿੰਟ ਤੋਂ ਜ਼ਿਆਦਾ ਤੁਹਾਨੂੰ ਉਸ ਧਿਆਨ ਵੱਲ ਜੁੜਨ ਲਈ ਲੱਗਦੇ ਆ। ਉਸ ਤੋਂ ਬਾਅਦ ਤੁਸੀਂ ਉਹ 'ਚ ਕਿੰਨਾ ਸਮੇਂ ਦਿੰਦੇ ਹੋ, ਇਹ ਮਾਇਨੇ ਲੱਗਦਾ। ਸੋ ਜਿਹੜੇ ਬੰਦੇ ਨੇ 45 ਮਿੰਟ ਕੀਤਾ ਹੈ, ਉਹਨੇ ਔਨ ਐਨ ਐਵਰੇਜ ਇੱਕ ਨੋਰਮਲ ਜੀ ਰੂਟੀਨ ਦੇ ਵਿੱਚ ਆਪਣੇ ਆਪ ਨੂੰ 5 ਤੋਂ 7 ਮਿੰਟ ਦਾ ਧਿਆਨ ਦਿੱਤਾ। ਜਿਹਨੇ 45 ਮਿੰਟ ਦਿੱਤੇ, ਉਹਨੇ 5 ਤੋਂ 7 ਮਿੰਟ ਦਿੱਤੇ, ਹੋ ਸਕਦਾ ਕਿਤੇ ਇੱਕ ਅੱਧਾ ਮਿੰਟ ਹੀ ਦਿੱਤਾ ਹੋਵੇ। ਤੇ ਜਿਹੜੇ ਬੰਦੇ ਨੇ ਦਿੱਤੇ ਹੀ 10 ਮਿੰਟ ਜਾਂ ਅੱਧਾ ਘੰਟਾ ਵੀ ਨਹੀਂ ਦਿੱਤਾ, ਉਹਨੇ ਆਪਣੇ ਆਪ ਨੂੰ ਧਿਆਨ 'ਚ ਕਿੱਦਾਂ ਵੜ ਲਿਆ, ਤੁਹਾਨੂੰ ਗੇਨ ਨਹੀਂ ਹੋਇਆ ਕੁਝ। ਉਸ 5 ਮਿੰਟ ਦੇ ਵਿੱਚ ਤੁਹਾਡੇ ਕਰੋੜਾਂ ਵਿਚਾਰਾਂ ਨੂੰ, ਜਿਹਨੂੰ ਅਸੀਂ ਜ਼ਿੰਦਗੀ ਦੇ ਵਿੱਚ 1 ਘੰਟਾ ਰੋਜ਼ ਦੇ ਕੇ ਵੀ ਪੂਰਾ ਸਮੇਂ ਨਹੀਂ ਦੇ ਪਾਉਂਦੇ ਸੀਗੇ, ਉਹਨਾਂ ਨੂੰ ਲੱਖਾਂ ਘੰਟਿਆਂ ਜਿੰਨਾ ਟਾਈਮ ਮਿਲ ਜਾਂਦਾ। ਕਿਉਂ? ਕਿਉਂਕਿ ਤੁਸੀਂ ਇੱਕ ਇਹੋ ਜਿਹੀ ਡਾਇਮੈਂਸ਼ਨ ਦੇ ਨਾਲ ਕਨੈਕਟ ਕਰਦੇ ਹੋ ਜਿੱਥੇ ਹਰ ਚੀਜ਼ ਦਾ ਜਵਾਬ ਹੈਗਾ। ਬ੍ਰਹਿਮੰਡ ਦੇ ਵਿੱਚ, ਬ੍ਰਹਿਮੰਡ ਦੇ ਹਰ ਕਣ ਦੇ ਵਿੱਚ ਪੂਰੇ ਬ੍ਰਹਿਮੰਡ ਦਾ ਗਿਆਨ ਕੇਂਦਰਿਤ ਹੈ। ਤੁਸੀਂ ਜਦੋਂ ਉਸ ਗਿਆਨ ਦੇ ਨਾਲ ਜੁੜਦੇ ਹੋ ਨਾ, ਆਹ ਸਾਡੀ ਜ਼ਿੰਦਗੀ ਦੇ ਛੋਟੇ ਛੋਟੇ ਸਵਾਲ ਨੇ ਜਿਹੜੇ ਇੱਦਾਂ ਹਵਾ ਹੋਏ ਨੇ, ਜਦੋਂ ਉਹ ਹਵਾ ਹੋਣ ਲੱਗੇ ਤੁਹਾਡਾ ਮਨ ਸਥਿਰ ਹੋ ਗਿਆ। ਫਿਰ ਜਦੋਂ ਤੁਸੀਂ ਕੋਈ ਕੰਮ ਕਰਨਾ ਨਾ, ਉਹਦੇ ਵਿੱਚ ਕਿਸੇ ਹੋਰ ਵਿਚਾਰ ਦੀ ਵਿਚਾਰਧਾਰਾ ਨਹੀਂ ਰਹੀ, ਫਿਰ ਉਹ ਸਥਿਰ ਭਾਵ ਦੇ ਨਾਲ ਬਾਹਰ ਨਿਕਲੇਗਾ, ਫਿਰ ਉਹ ਸਥਿਰ ਭਾਵ ਦੇ ਨਾਲ ਸਮਾਜ ਵਿੱਚ ਉਤਰੇਗਾ। ਗਿਆਨ ਧਾਰਾ ਦੇ ਨਾਲ ਜਦੋਂ ਤੁਸੀਂ ਉਸ ਚੀਜ਼ ਨੂੰ ਸਮਝ ਕੇ ਉਹਦੀ ਨੈਗੇਟਿਵਿਟੀ ਖਤਮ ਕਰਕੇ, ਇੱਕ ਸਵਾਲ ਤੁਹਾਡੇ ਮਨ 'ਚ ਜਿਹੜਾ ਹੈ, ਹੁਣ ਬੱਚਾ ਹੈ, ਤੁਸੀਂ ਉਹਨੂੰ ਕੋਈ ਸਵਾਲ ਦੇ ਦਿਓ, ਜਦ ਤੱਕ ਉਹਨੂੰ ਜਵਾਬ ਨਹੀਂ ਮਿਲਦਾ ਉਹ ਪਾਗਲ ਹੋਇਆ ਫਿਰੇਗਾ, ਉਹਨੂੰ ਉਹ ਜਵਾਬ ਚਾਹੀਦਾ। ਅਸੀਂ ਕੀ ਕਰਦੇ ਹਾਂ, ਜਦੋਂ ਜ਼ਿਆਦਾ ਸ਼ਰਾਰਤੀ ਹੋ ਗਿਆ, ਅਸੀਂ ਇੱਕ ਛੋਟੀ ਜਿਹੀ ਚੀਜ਼ ਉਹਨੂੰ ਗਿਫਟ ਕਰ ਦਿੰਦੇ ਹਾਂ। ਆਹ ਟੌਫੀ ਦੇ ਦਿੱਤੀ, ਉਹਦੀ ਫੇਵਰੇਟ ਚੀਜ਼ ਖਵਾਤੀ, ਥੋੜ੍ਹੀ ਦੇਰ ਭੁੱਲ ਜਾਏਗਾ, ਹਫ਼ਤੇ ਬਾਅਦ ਉਹਨੇ ਫਿਰ ਆ ਜਾਣਾ, ਤੁਸੀਂ ਇਹ ਸਵਾਲ ਪੁੱਛਿਆ ਸੀ, ਹੁੰਦਾ। ਇਹ ਸਾਡੀ ਮਾਨਵੀ ਮਾਨਸਿਕਤਾ ਹੈ। ਜਦੋਂ ਤੱਕ ਤੁਸੀਂ ਉਸ ਸਵਾਲ ਦਾ ਜਵਾਬ ਦਿਮਾਗ ਨੂੰ ਨਹੀਂ ਦੇਣਾ, ਉਹਨੇ ਤੁਹਾਡੇ ਮਗਰ ਲੱਗੇ ਰਹਿਣਾ। ਜਦੋਂ ਤੁਸੀਂ ਧਿਆਨ 'ਚ ਬੈਠੇ, ਉਹ ਸਮਾਂ ਵਧਾਇਆ, ਹੌਲੀ ਹੌਲੀ ਉਸ ਸਮੇਂ ਨੂੰ 1 ਘੰਟੇ ਤੱਕ ਲੈ ਗਏ, 45 ਮਿੰਟ ਤੋਂ ਘੰਟੇ ਤੱਕ ਹੋ ਗਿਆ, ਤੁਹਾਨੂੰ ਉਹਨਾਂ ਸਵਾਲਾਂ ਨੂੰ ਸੁਲਝਾਉਣ ਲਈ ਜ਼ਿਆਦਾ ਸਮੇਂ ਮਿਲਿਆ। ਹੁਣ ਅਸੀਂ ਇੱਥੇ ਗੱਲ ਕੀਤੀ ਸੀ ਕਿ ਅਸੀਂ ਹਫ਼ਤੇ ਵਿੱਚ 10 ਸਵਾਲ ਲੈ ਜਾਂਦੇ ਹਾਂ। ਜਿਹੜਾ ਬੰਦਾ 20 ਸਾਲ 25 ਸਾਲ ਦੀ ਉਮਰ 'ਚ ਹੈ, ਉਹਨੇ 10 ਸਾਲ ਦੀ ਉਮਰ ਦੇ ਆਸ-ਪਾਸ ਆਪਣੇ ਅੰਦਰ ਹਰ ਹਫ਼ਤੇ 10 ਸਵਾਲ ਭਰਨੇ ਸ਼ੁਰੂ ਕਰਤੇ ਜੇ। 10 ਸਵਾਲ ਬਹੁਤ ਘੱਟ ਨੇ, ਲੋਕਾਂ ਨੇ ਹਜ਼ਾਰਾਂ ਸਵਾਲ ਦਿਨ 'ਚ ਭਰੇ ਆ। ਅਸੀਂ ਮਿਨੀਮਮ ਐਵਰੇਜ ਲੈ ਕੇ ਚੱਲਦੇ 10 ਸਵਾਲ ਹਫ਼ਤੇ 'ਚ, ਜਿਨ੍ਹਾਂ ਦਾ ਅਸੀਂ ਜਵਾਬ ਨਹੀਂ ਪਾ ਪਾਉਂਦੇ, ਇਸ ਕਰਕੇ ਉਹ ਦਿਮਾਗ 'ਚ ਰਹਿ ਜਾਂਦੇ ਆ। ਉਹ ਤੁਹਾਡੇ ਕੋਲ ਅੱਜ ਦੀ ਰੇਟ ਦੇ ਵਿੱਚ ਕਿੰਨੇ ਸਵਾਲ ਹੋ ਗਏ ਜੀ? ਠੀਕ ਹੈ ਜੀ, ਹਫ਼ਤੇ 'ਚ 10 ਸਵਾਲ ਦਾ ਮਤਲਬ ਹੈ ਕਿ ਤੁਸੀਂ ਇੱਕ ਬਹੁਤ ਵੱਡਾ ਅਕਾਊਂਟ ਗੇਨ ਕਰ ਲੈਂਦੇ ਹੋ 15 ਸਾਲਾਂ 'ਚ। ਉਸ ਬੱਚੇ ਨੂੰ ਤੁਸੀਂ ਕਿੱਦਾਂ ਕਹੋਗੇ ਕੋਈ ਵੀ ਕੰਮ ਹੈ ਉਹ ਸਥਿਰ ਭਾਵ ਨਾਲ ਕਰ ਲਵੇ? ਸਥਿਰ ਭਾਵਨਾ ਖਤਮ। ਕਿਉਂ? ਕਿਉਂਕਿ ਉਹਦੇ ਵਿੱਚ ਇੰਨੇ ਸਵਾਲ ਹੈ ਜਿਹਦਾ ਉਹਨੂੰ ਜਵਾਬ ਹੀ ਨਹੀਂ ਮਿਲ ਰਿਹਾ। ਧਿਆਨ ਯੋਗ ਵਿੱਚ ਜੁੜਨ ਲਈ ਤੁਹਾਨੂੰ ਇੱਕ ਸਮੇਂ ਚਾਹੀਦਾ ਹੈ, ਲਗਭਗ ਕੁਛ 6 ਮਹੀਨੇ ਤੋਂ 1 ਸਾਲ ਦਾ, ਜਦੋਂ ਤੁਸੀਂ ਉਹਦੇ ਨਾਲ ਸਹੀ ਤਰ੍ਹਾਂ ਜੁੜ ਪਾਓ। ਲੋਕ ਕੀ ਕਰਦੇ, 1 ਹਫ਼ਤਾ ਧਿਆਨ ਲਗਾਇਆ, 15 ਦਿਨ ਧਿਆਨ ਲਾਇਆ, 21 ਦਿਨ ਧਿਆਨ ਲਾਇਆ, ਓਕੇ ਬਾਏ। ਉਹ ਜਿਹੜਾ ਓਕੇ ਬਾਏ ਹੈ ਨਾ, ਉਹ 15 ਦਿਨ ਵੇਸਟ ਕਰਨ ਦੀ ਗੱਲ ਸੀ, 21 ਦਿਨ ਵੇਸਟ ਕਰਨ ਦੀ ਗੱਲ ਸੀ। ਇਸ ਤੋਂ ਚੰਗਾ ਉਹ 21 ਦਿਨ ਵੀ ਨਾ ਕਰਦੇ। ਅਹਿਸਾਨ ਕੀਤਾ ਕਿਸੇ 'ਤੇ? ਜੀ ਜ਼ਿੰਦਗੀ 'ਚ ਕੁਛ ਅਚੀਵ ਨਹੀਂ ਨਾ ਕਰਨਾ, ਅਤੇ ਜਿਹਦੇ 'ਚੋਂ ਭੁੱਖ ਹੈ ਨਹੀਂ ਕਿ ਮੈਂ ਕੁਛ ਜ਼ਿੰਦਗੀ 'ਚ ਗ੍ਰਹਿਣ ਕਰਨਾ, ਇਹੀ ਰੂਟੀਨ ਦੀ ਭੱਜ ਦੌੜ, ਘਰੋਂ ਨਿਕਲੇ ਲੱਖ ਰੁਪਇਆ ਕਮਾ ਕੇ ਘਰ ਆ ਗਏ,
ਉਹੀ ਚਾਰ ਦੀਵਾਰੀ 'ਚ ਬਹਿ ਲਏ, ਉਹੀ ਚਾਰ ਦੀਵਾਰੀ 'ਚ ਚਾਰ ਸਬਜ਼ੀਆਂ ਖਾ ਲਈਆਂ, ਖੁਸ਼ ਹਾਂ ਜੀ ਅਸੀਂ ਤਾਂ। ਆਪਣੀ ਸੈਟਿਸਫੈਕਸ਼ਨ ਲਈ ਉਹੀ ਚਾਰ ਚੀਜ਼ਾਂ, ਲਸਟ ਫੈਕਟਰ ਲਈ ਉਹੀ ਚਾਰ ਚੀਜ਼ਾਂ, ਦਿਮਾਗ ਦੇ ਵਿੱਚ ਇੱਕ ਇਮੋਸ਼ਨਲ ਅਟੈਚਮੈਂਟ ਲਈ ਉਹੀ ਚਾਰ ਚੀਜ਼ਾਂ, ਉਸ ਤੋਂ ਬਾਅਦ ਨਿਕਲ ਕੇ ਨਹੀਂ ਦੇਖਣਾ। ਫਿਰ ਸਾਡੇ 'ਤੇ ਅਗਰੈਸ਼ਨ ਅਤੇ ਲਸਟ ਫੈਕਟਰ, ਇਹ ਦੋ ਚੀਜ਼ਾਂ ਹਾਵੀ ਹੋ ਜਾਂਦੀਆਂ। ਤੀਜਾ ਕੋਈ ਇਮੋਸ਼ਨ ਇੱਦਾਂ ਦਾ ਨਹੀਂ ਹੈ ਜੋ ਇਹਨਾਂ ਦੋਨਾਂ ਨੂੰ ਤੋੜ ਸਕੇ। ਜਿੱਦਣ ਤੁਸੀਂ ਆਪਣੇ ਹਰ ਸਵਾਲ ਦਾ ਜਵਾਬ ਸਿਰਫ 1-1.5 ਘੰਟੇ ਦੀ ਸਿਟਿੰਗ 'ਚ ਪਾਉਣ ਲੱਗ ਜਾਓਗੇ ਨਾ, ਉਹ ਜਿਹੜਾ 10 ਮਿੰਟ 40 ਮਿੰਟ 50 ਮਿੰਟ ਦਾ ਅਹਿਸਾਸ ਹੋਏਗਾ, ਉਹ ਜੀਵਨ ਦੇ ਕਿਸੇ ਵੀ ਹੋਰ ਵਿਚਾਰ ਤੋਂ ਬਹੁਤ ਵੱਖਰਾ। ਇੱਕ ਇਨਸਾਨ ਜਿਹੜਾ ਗੁੱਸੇ 'ਚ ਬੈਠਾ ਹੈ ਨਾ, ਅੰਦਰੋਂ ਘੁੱਟਿਆ ਹੁੰਦਾ। ਗੁੱਸਾ ਜਦੋਂ ਆਉਂਦਾ ਨਾ ਸਰੀਰ ਦੇ ਵਿੱਚ, ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਸਰੀਰ ਬਹੁਤ ਗਰਮ ਹੋ ਰਿਹਾ, ਉਬਾਲ ਆ ਰਿਹਾ, ਪਰ ਉਹ ਘੁੱਟ ਰਿਹਾ। ਉਹ ਇੰਨਾ ਕੁ ਜ਼ਿਆਦਾ ਘੁੱਟ ਜਾਂਦਾ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਹੋਇਆ ਕੀ ਹੈ। ਘੁੱਟਦਾ 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 ਤੁਸੀਂ ਨੋਟਿਸ ਕਰੋ, ਗੁੱਸਾ ਆਉਂਦਾ ਨਾ, ਮੁੱਕਾ ਬਣਦਾ। ਸਭ ਤੋਂ ਪਹਿਲਾਂ ਮੁੱਕਾ ਬਣਦਾ। ਮੁੱਕਾ ਨਾ ਬਣਾਓ। ਪੂਰੇ ਗੁੱਸੇ 'ਚ ਬੈਠਾ ਬੰਦਾ, ਉਹਨੂੰ ਕੋਈ ਮੁੱਕਾ ਨਹੀਂ ਬਣਾਉਣਾ। ਉਹਦੇ ਹੱਥ ਨਾ ਇੱਦਾਂ ਰਹਿਣਗੇ, ਇਹ ਸਿਚੁਏਸ਼ਨ ਹੱਥ ਦੀ ਰਹੂਗੀ, ਇਹ ਹੱਥ ਇੱਦਾਂ ਜਾਣ ਦੀ ਕੋਸ਼ਿਸ਼ ਕਰੇਗਾ, ਇੱਥੇ ਆ ਕੇ ਨਾ ਹੱਥ ਇੱਦਾਂ ਹੋਣ ਲੱਗ ਜਾਏਗਾ। ਕਿਉਂ? ਕੁੱਟ ਰਿਹਾ। ਅੰਦਰੋਂ ਉਹਦੀਆਂ ਨਰਵਸ, ਉਹਦੇ ਮਸਲਸ ਨਾ ਇੰਨੇ ਸਟ੍ਰੈਸ ਵਿੱਚ ਹੈ ਕਿ ਉਹ ਕੁੱਟਣਾ ਸ਼ੁਰੂ ਕਰ ਦਿੰਦੇ ਆ। ਕੋਈ ਬੱਚਾ ਹੈ ਜਿਹੜਾ ਬਹੁਤ ਜ਼ਿਆਦਾ ਰੋਂਦਾ, ਕਦੀ ਉਹਨੂੰ ਦੇਖੋ, ਇਹ ਉਹਦੇ ਹੱਥ ਦੀ ਪੋਜੀਸ਼ਨ ਦਿੰਦੀ ਹੈ। ਕਿਉਂ? ਇਹ ਪੋਜੀਸ਼ਨ ਅਤੇ ਇਸ ਪੋਜੀਸ਼ਨ 'ਚ ਕਿੰਨਾ ਕੁ ਫਰਕ ਹੈ? ਤੁਸੀਂ ਬਸ ਇਹਨੂੰ ਇੱਥੇ ਕਰਨਾ ਸਿੱਖ ਲਿਆ, ਹੋਰ ਕੋਈ ਫਰਕ ਨਹੀਂ ਆਇਆ। ਉਸ ਐਕਸੈਸ ਸਟ੍ਰੈਸ, ਉਸ ਐਕਸੈਸ ਇਮੋਸ਼ਨ ਦੇ ਵਿੱਚ ਜੋ ਤੁਹਾਨੂੰ ਅੰਦਰੋਂ ਦੀ ਖਾ ਰਿਹਾ, ਅਤੇ ਕ੍ਰੋਧ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਬਿਨਾਂ ਕ੍ਰੋਧ ਦੇ ਵੀ ਜੀਵਨ ਨਹੀਂ ਹੈਗਾ। ਇਹ ਨਹੀਂ ਹੈ ਕਿ ਤੁਸੀਂ ਧਿਆਨ ਯੋਗ ਕਰ ਰਹੇ ਹੋ ਤਾਂ ਤੁਹਾਡਾ ਕ੍ਰੋਧ ਖਤਮ ਹੋ ਜਾਣਾ ਚਾਹੀਦਾ। ਤੁਹਾਨੂੰ ਉਹ ਕ੍ਰੋਧ ਨਿਯੰਤਰਿਤ ਕਰਨਾ ਆਉਂਦਾ। ਇੱਕ ਨਾ ਬੜੀ ਗਲਤ ਧਾਰਨਾ ਹੈ ਸਮਾਜ ਵਿੱਚ ਕਿ ਜੇ ਤੁਸੀਂ ਧਿਆਨ ਯੋਗ ਕਰ ਰਹੇ ਹੋ ਤੁਹਾਨੂੰ ਗੁੱਸਾ ਨਹੀਂ ਆਉਣਾ ਚਾਹੀਦਾ। ਮੈਂ ਇੱਕ ਦਿਨ ਕਿਤੇ ਬੈਠਾ ਸੀਗਾ, ਕੁਛ ਚੱਲ ਰਿਹਾ ਇਵੈਂਟ, ਪਾਠ ਚੱਲ ਰਹੇ ਸੀਗੇ, ਕਿਸੇ ਨੇ ਕੋਈ ਬੇਵਕੂਫੀ ਕੀਤੀ, ਉਹ ਫੜ ਕੇ ਡਾਂਟਤਾ। ਮੈਂ ਜਦੋਂ ਆਪਣੇ ਧਿਆਨ 'ਚ ਬੈਠਾ, ਮੈਂ ਪਾਠ ਕਰ ਰਿਹਾ, ਮੈਂ ਉਸ ਵੇਲੇ ਬਦਤਮੀਜ਼ੀ ਨਹੀਂ ਸਹਿ ਸਕਦਾ। ਕਿਉਂ? ਕਿਉਂਕਿ ਅਸੀਂ ਜਿਸ ਊਰਜਾ ਨਾਲ ਜੁੜੇ ਹਾਂ, ਜਾਂ ਤਾਂ ਸਾਹਮਣੇ ਵਾਲਾ ਪਹਿਲਾਂ ਉਸ ਊਰਜਾ ਦੇ ਨਾਲ ਜੁੜਨ ਜਿੰਨਾ ਸਟਰੋਂਗ ਹੋਵੇ, ਫਿਰ ਉਸ ਊਰਜਾ ਨਾਲ ਉਲਝੇ, ਨਹੀਂ ਤਾਂ ਉਹ ਊਰਜਾ ਸਾਹਮਣੇ ਵਾਲੇ ਵਾਸਤੇ ਨੁਕਸਾਨਦਾਇਕ ਹੈ। ਅਸੀਂ ਕਦੀ ਕਿਸੇ ਨੂੰ ਨਹੀਂ ਕਹਿੰਦੇ ਇੱਕ ਦਿਨ ਦੇ ਵਿੱਚ 10 ਘੰਟੇ ਦਾ ਧਿਆਨ ਕਰੋ। ਪਹਿਲਾਂ ਇਸ ਕਾਬਿਲ ਬਣੋ ਕਿ ਤੁਸੀਂ ਉਸ 10 ਘੰਟੇ ਦੇ ਵਿੱਚ ਜਿਹੜੀ ਤੁਹਾਨੂੰ ਊਰਜਾ ਮਿਲੇਗੀ ਉਹਨੂੰ ਸਹਿ ਸਕੋ। ਸਵਾਮੀ ਵਿਵੇਕਾਨੰਦ ਦੇ ਬਾਰੇ ਇੱਕ ਸਟੋਰੀ ਮਸ਼ਹੂਰ ਹੈ। ਉਹਨਾਂ ਨੇ ਪਰਮੇਸ਼ਵਰ ਕੀ ਹੈ ਦਾ ਇੱਕ ਸਵਾਲ ਪੁੱਛਿਆ ਸੀਗਾ। ਸਭ ਨੇ ਸੁਣੀ ਹੋਈ ਹੈ ਕਹਾਣੀ। ਉਹ ਗਿਆਨ ਉਹਨਾਂ ਨੂੰ ਇੱਕ ਲੱਤ ਮਾਰ ਕੇ ਉਹਨਾਂ ਦੀ ਛਾਤੀ 'ਤੇ ਇੱਕ ਪੈਰ ਰੱਖ ਕੇ ਦੇ ਦਿੱਤਾ ਗਿਆ। ਕਿਉਂ? ਕਿਉਂਕਿ ਉਹ ਯੋਗ ਦੇ ਵਿੱਚ ਇੰਨਾ ਰੁੱਝੇ ਹੋਏ ਸੀਗੇ ਕਿ ਉਹਨਾਂ ਦਾ ਸਰੀਰ ਉਸ ਗਿਆਨ ਨੂੰ ਸਹਿ ਸਕਦਾ ਸੀ। ਉਹੀ ਪੈਰ ਕਿਸੇ ਆਮ ਇਨਸਾਨ 'ਤੇ ਰੱਖਿਆ ਜਾਂਦਾ, ਉਹ ਸਰੀਰ ਫਟ ਜਾਣਾ ਸੀ। ਇਹ ਉਹਨਾਂ ਦੀ ਧਿਆਨ ਯੋਗ ਦਾ ਸਮੇਂ ਸੀ, ਉਹਨਾਂ ਦੀ ਸਥਿਰਤਾ ਸੀ ਕਿ ਉਹ ਇਸ ਗਿਆਨ ਨੂੰ ਸੰਭਾਲ ਸਕਦੇ ਸੀ। ਇਸ ਕਰਕੇ ਉਹਨਾਂ ਨੂੰ ਉਹ ਗਿਆਨ 1 ਸੈਕਿੰਡ 'ਚ ਦੇ ਦਿੱਤਾ ਗਿਆ। ਇੱਕ ਆਮ ਇਨਸਾਨ ਨੂੰ ਉਹੀ ਗਿਆਨ ਇੱਦਾਂ ਦੇ ਦਿੱਤਾ ਜਾਵੇ ਨਾ, ਦਿਮਾਗ ਦੀਆਂ ਨਸਾਂ ਫਟ ਜਾਣਗੀਆਂ, ਕਿਉਂਕਿ ਤੁਸੀਂ ਉਸ ਊਰਜਾ ਨਾਲ ਜੁੜ ਹੀ ਨਹੀਂ ਸਕਦੇ। ਸਰੀਰ ਉਸ ਕਾਬਿਲ ਹੋਣਾ ਚਾਹੀਦਾ। ਲੋਕ ਆਉਂਦੇ ਆ ਜੀ, ਸਿਰ 'ਤੇ ਹੱਥ ਰੱਖ ਦਿਓ, ਬੰਦੇ ਦੀ ਊਰਜਾ ਬਦਲ ਜਾਣੀ ਚਾਹੀਦੀ ਹੈ। ਮੇਰਾ ਦਿਮਾਗ ਥੋੜ੍ਹੀ ਖਰਾਬ ਹੈ। ਬੰਦੇ ਨੂੰ ਪਹਿਲਾਂ ਇਸ ਕਾਬਲ ਤਾਂ ਬਣਾਓ ਕਿ ਉਹਦੀ ਊਰਜਾ ਬਦਲੀ ਹੋ ਸਹਿ ਸਕੇ। ਉਹਦੀ ਊਰਜਾ ਝਟਕੇ ਨਾਲ ਬਦਲੇ, ਉਹ ਦੁਬਾਰਾ ਖੜ੍ਹੇ ਹੋਣ ਜੋਗਾ ਨਹੀਂ ਰਹੂਗਾ। ਤੁਸੀਂ ਨੋਟਿਸ ਕੀਤਾ ਹੈ, ਕੁਛ ਅੱਜ ਤੋਂ 50 ਸਾਲ ਪਹਿਲਾਂ ਦੀ ਜੇ ਅਸੀਂ ਗੱਲਾਂ ਕਰੀਏ ਤਾਂ ਮਹਾਕਾਲੀ ਦੇ ਮੰਦਰ ਅਤੇ ਸ਼ਨੀਦੇਵ ਦੇ ਮੰਦਰ ਕਮਜ਼ੋਰ ਲੋਕਾਂ ਨੂੰ, ਜ਼ਿਆਦਾ ਬਜ਼ੁਰਗਾਂ ਨੂੰ, ਲੇਡੀਜ਼ ਨੂੰ ਡਿਊਰਿੰਗ ਪ੍ਰੈਗਨੈਂਸੀ ਅਤੇ ਪੀਰੀਅਡਸ ਜਾਣ ਤੋਂ ਰੋਕਦੇ ਆ। ਉਹਦਾ ਕਾਰਨ ਕੀ ਹੈ? ਜ਼ਿਆਦਾ ਛੋਟੇ ਬੱਚੇ ਨੂੰ ਵੀ ਜਾਣ ਤੋਂ ਰੋਕਦੇ। ਕੀ ਕਾਰਨ ਹੈ? ਅੱਜ ਦਾ ਸਮਾਜ ਦੁਨੀਆ ਜਾਣ ਦੀ ਬਕਵਾਸ ਕਰਦਾ। ਉੱਥੇ ਦੀ ਐਨਰਜੀ ਇੰਨੀ ਜ਼ਿਆਦਾ ਹੈਵੀ ਹੈ ਨਾ, ਜਿੱਥੇ ਕੋਈ ਇੱਦਾਂ ਦੀ ਐਕਟੀਵਿਟੀ ਕੀਤੀ ਜਾ ਰਹੀ ਹੈ ਜੋ ਆਮ ਐਨਰਜੀ 'ਚ ਹੋ ਹੀ ਨਹੀਂ ਸਕਦੀ, ਉੱਥੇ ਕੀਤੀ ਜਾ ਰਹੀ ਹੈ। ਉਹ ਊਰਜਾ ਇੰਨੀ ਕੁ ਜ਼ਿਆਦਾ ਹੈ ਕਿ ਆਮ ਇਨਸਾਨ ਉਹਦੇ ਨਾਲ ਜੁੜੇਗਾ ਨਾ, ਉਹ ਪਾਗਲ ਹੋ ਜਾਏਗਾ। ਇੱਕ ਫੀਮੇਲ ਡਿਊਰਿੰਗ ਪ੍ਰੈਗਨੈਂਸੀ ਇੱਕ ਜਾਨ ਨੂੰ ਧਾਰਨ ਕਰੀ ਬੈਠੀ ਹੈ। ਉਸ ਬੱਚੇ ਵਾਸਤੇ ਰਿਸਕੀ ਹੈ ਊਰਜਾ, ਕਿਉਂਕਿ ਉਹ ਬੱਚਾ ਹਾਲੇ ਉਸ ਊਰਜਾ ਨੂੰ ਸਹਿਣ ਜੋਗਾ ਨਹੀਂ ਹੋਇਆ।
ਜਦੋਂ ਦੇ ਪੀਰੀਅਡਸ ਚੱਲ ਰਹੇ ਹੈ, ਜਦੋਂ ਉਹ ਮੈਂਸਟਰੂਏਸ਼ਨਲ ਟਾਈਮ ਚੱਲ ਰਿਹਾ, ਉਦੋਂ ਵੀ ਕਿਉਂਕਿ ਇੰਟਰਨਲ ਬੋਡੀ ਦੇ ਵਿੱਚ, ਇੱਕ ਫੀਮੇਲ ਬੋਡੀ ਦੇ ਵਿੱਚ ਉਹ ਜਿਹੜਾ ਪਾਰਟ ਹੈ ਨਾ, ਉਹ ਉਸ ਜਾਨ ਨੂੰ ਕੈਰੀ ਕਰਨ ਦੇ ਕਾਬਿਲ ਹੈ ਅੱਜ। ਪਰ ਜਿੱਦਾਂ ਨੂੰ ਇੱਕਦਮ ਉਸ ਹੈਵੀ ਐਨਰਜੀ ਨਾਲ ਜੁੜਦਾ, ਕਿਉਂਕਿ ਉਸ ਵੇਲੇ ਉਹ ਡਾਇਰੈਕਟਲੀ ਜੁੜ ਸਕਦਾ, ਅਤੇ ਉਹ ਇਸ ਕਾਬਿਲ ਹੀ ਨਹੀਂ ਰਹੇਗਾ ਦੁਬਾਰਾ ਕਿ ਉਹ ਕਿਸੇ ਜ਼ਿੰਦਗੀ ਨੂੰ ਸੰਭਾਲ ਸਕੇ। ਇੱਕ ਕ੍ਰੀਏਸ਼ਨ ਦਾ ਪਾਰਟ ਹੈ ਨਾ, ਕ੍ਰੀਏਸ਼ਨ ਦੇ ਪਾਰਟ ਨੂੰ ਹਮੇਸ਼ਾ ਲਾਈਟ ਰੱਖਿਆ ਜਾਂਦਾ। ਕ੍ਰੀਏਸ਼ਨ ਕਦੀ ਹੈਵੀ ਨਹੀਂ ਹੁੰਦੀ। ਕਦੇ ਦੇਖਿਆ ਹੈ ਕਿ ਇੱਕ ਨੋਰਮਲ ਜੇ ਇਨਸਾਨ ਨੇ 5 ਫੁੱਟ ਦੇ ਬੱਚੇ ਨੂੰ ਜਨਮ ਦਿੱਤਾ ਹੋਵੇ? ਇਜ਼ ਇਟ ਪੋਸੀਬਲ? 3 ਫੁੱਟ ਦੇ ਬੱਚੇ ਨੂੰ ਜਨਮ ਦਿੱਤਾ ਹੋਵੇ? ਇਜ਼ ਇਟ ਪੋਸੀਬਲ? ਕ੍ਰੀਏਸ਼ਨ ਹਮੇਸ਼ਾ ਲਾਈਟ ਹੁੰਦੀ ਹੈ। ਇੰਨਾ ਵੱਡਾ ਕੰਗਾਰੂ ਹੈ, ਇੰਨੇ ਕੁ ਬੱਚੇ ਨੂੰ ਜਨਮ ਦਿੰਦਾ, ਉਹ ਬੱਚਾ ਵੱਧ ਕੇ ਇੰਨਾ ਹੋ ਜਾਂਦਾ ਹੈ ਕਿ ਇੱਕ ਮੁੱਕੇ ਨਾਲ ਕੀ ਕੁਛ ਕਰ ਸਕਦਾ। ਉਹ ਮੁੱਕਾ ਕੋਈ ਇਨਸਾਨ ਹੈ ਜੋ ਉਸ ਪਾਵਰ ਨੂੰ ਕੰਪੀਟ ਕਰ ਸਕਦਾ, ਸ਼ਾਇਦ ਹੀ ਕੋਈ ਹੈ, ਠੀਕ ਹੈ ਨਾ। ਬਟ ਉਹ ਕ੍ਰੀਏਸ਼ਨ ਕਿੰਨੀ ਕੁ ਹੈ, ਕਿੰਨੀ ਲਾਈਟ ਹੈ, ਉਹਨੂੰ ਉਸ ਤੋਂ ਬਾਅਦ ਸਿਰਜਣਾ ਪੈਂਦਾ, ਉਹਨੂੰ ਮਜ਼ਬੂਤ ਬਣਾਉਣਾ ਪੈਂਦਾ। ਕੁਦਰਤ ਦੇ ਵਿੱਚ ਉਹ ਫਲਦਾ ਅਤੇ ਐਡਾ ਵੱਡਾ ਹੁੰਦਾ ਅਤੇ ਇਸ ਕਾਬਿਲ ਬਣਦਾ। ਜੇ ਤੁਸੀਂ ਕਹੋ ਉਹ ਕੰਗਾਰੂ ਸਿੱਧਾ ਐਡਾ ਵੱਡਾ ਆ ਜਾਵੇ, ਨਹੀਂ ਪੋਸੀਬਲ। ਇਨਸਾਨ ਸਿੱਧਾ ਐਡਾ ਵੱਡਾ ਆ ਜਾਵੇ, ਨਹੀਂ ਪੋਸੀਬਲ। ਉਹ ਬੇਸ ਨੂੰ ਡੀਸੈਂਟ ਰੱਖਣਾ, ਉਹਨੂੰ ਲਾਈਟ ਰੱਖਣਾ ਬੜਾ ਜ਼ਰੂਰੀ ਹੈ। ਇਸ ਲਈ ਅਸੀਂ ਉਸ ਬੇਸ ਨੂੰ ਜਦੋਂ ਲਾਈਟ ਰੱਖਦੇ ਹਾਂ ਅਤੇ ਉਹ ਰਿਜ਼ਲਟ ਆਉਂਦਾ। ਜਦੋਂ ਤੁਸੀਂ ਇੱਕ ਬਹੁਤ ਜ਼ਿਆਦਾ ਹੈਵੀ ਐਨਰਜੀ ਨਾਲ ਕਿਸੇ ਕਮਜ਼ੋਰ ਨੂੰ ਜੋੜ ਦਿੰਦੇ ਹੋ ਨਾ, ਉਸ ਝਟਕੇ ਨੂੰ ਜੇ ਤਾਂ ਬਰਦਾਸ਼ਤ ਕਰ ਗਿਆ ਬਹੁਤ ਬੈਟਰ, ਜੇ ਨਾ ਬਰਦਾਸ਼ਤ ਕਰ ਸਕਿਆ, ਪੈਰਾਲਾਈਜ਼ ਆਉਣਾ ਇੱਕ ਨੋਰਮਲ ਜੀ ਪ੍ਰੋਬਲਮ ਹੈ। ਮੈਂਟਲ ਡਿਸੇਬਿਲਿਟੀ ਇੱਕ ਨੋਰਮਲ ਜੀ ਪ੍ਰੋਬਲਮ ਹੈ। ਇੱਕਦਮ ਤੋਂ ਐਕਸੈਸ ਅਗਰੈਸ਼ਨ ਆਉਣਾ ਨੋਰਮਲ ਜੀ ਪ੍ਰੋਬਲਮ ਹੈ। ਇੱਕਦਮ ਤੋਂ ਉੱਚੀ ਰੋ ਪੈਣਾ ਇੱਕ ਨੋਰਮਲ ਜੀ ਪ੍ਰੋਬਲਮ ਹੈ। ਕਿਉਂਕਿ ਉਸ ਊਰਜਾ ਨੂੰ ਸਹਿ ਨਹੀਂ ਸਕਿਆ। ਬਟ ਜੇ ਊਰਜਾ ਬਹੁਤ ਜ਼ਿਆਦਾ ਹੋਵੇ ਤਾਂ ਇਹ ਵੀ ਪੋਸੀਬਲ ਹੈ ਕਿ ਉਸੇ ਇਨਸਾਨ ਦਾ ਸਰੀਰ ਉਸੇ ਵੇਲੇ ਫਟ ਜਾਵੇ। ਤਰਬੂਜ ਫਟਦਾ ਦੇਖਿਆ ਨੀਚੇ ਗਿਰ ਕੇ? ਇਨਸਾਨ ਦਾ ਸਰੀਰ ਇੱਦਾਂ ਵੀ ਫਟ ਸਕਦਾ। ਇੰਨੀਆਂ ਊਰਜਾਵਾਂ ਨਾਲ ਵੀ ਲੋਕ ਕਨੈਕਟ ਕਰਦੇ ਆ। ਉੱਦਣ ਮੈਨੂੰ ਲੋਕਾਂ ਨੇ ਕਿਹਾ ਤੁਸੀਂ ਇੰਨਾ ਗੁੱਸਾ ਇੱਕਦਮ ਕਰ ਗਏ, ਤੁਸੀਂ ਤਾਂ ਧਿਆਨ ਲਗਾਉਂਦੇ, ਤੁਹਾਨੂੰ ਗੁੱਸਾ ਕਿੱਦਾਂ ਆ ਗਿਆ? ਮਤਲਬ ਕੀ ਇਸ ਗੱਲ ਦਾ? ਮੈਂ ਧਿਆਨ ਲਗਾਉਂਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣੀ ਕ੍ਰੋਧ ਅਗਨੀ ਨੂੰ ਖਤਮ ਕਰਦਾ। ਜਿਹੜੀ ਕ੍ਰੋਧ ਅਗਨੀ ਹੈ ਨਾ, ਉਹ ਤੁਹਾਡੀ ਪ੍ਰਾਣਿਕ ਊਰਜਾ ਦੇ ਨਾਲ ਜੁੜੀ ਹੋਈ ਹੈ। ਜਿਸ ਇਨਸਾਨ ਦੇ ਅੰਦਰ ਅਗਨੀ ਤੱਤ ਵੀ ਖਤਮ ਹੋ ਗਿਆ, ਮਰ ਗਿਆ, ਉਹ ਰੋਟੀ ਨਹੀਂ ਹਜਮ ਕਰ ਸਕਦਾ। ਰੋਟੀ ਹਜਮ ਕਰਨ ਲਈ ਤੁਹਾਡੇ ਸਰੀਰ 'ਚ ਗਰਮੀ ਚਾਹੀਦੀ ਹੈ। ਸਾਹ ਲੈਣ ਲਈ ਤੁਹਾਨੂੰ ਸਰੀਰ 'ਚ ਗਰਮੀ ਚਾਹੀਦੀ ਹੈ। ਹਰ ਚੀਜ਼ ਦਾ ਇੱਕ ਕਰਮ ਹੈ। ਸੋ ਬਿਨਾਂ ਉਸ ਅਗਨੀ ਊਰਜਾ ਦੇ, ਬਿਨਾਂ ਉਸ ਕ੍ਰੋਧ ਅਗਨੀ ਦੇ ਤੁਸੀਂ ਜੀਵਨ ਜੀਣਾ ਇਮੈਜਿਨ ਹੀ ਨਹੀਂ ਕਰ ਸਕਦੇ। ਤੁਹਾਡਾ ਕੌਨਫੀਡੈਂਸ, ਤੁਹਾਡੀ ਪਾਵਰ ਅਤੇ ਤੁਹਾਡੇ ਖਾਣੇ ਨੂੰ ਹਜਮ ਕਰਨਾ, ਤਿੰਨੋਂ ਚੀਜ਼ਾਂ ਦੇ ਵਿੱਚ ਤੁਹਾਡਾ ਕ੍ਰੋਧ ਅਗਨੀ ਦਾ ਜੀਵਨ 'ਚ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਅਸੀਂ ਧਿਆਨ ਯੋਗ ਦੇ ਵਿੱਚ ਕਰਨਾ ਕੀ ਹੈ। ਹੁਣ ਇੱਕ ਚੀਜ਼ ਤਾਂ ਹੋ ਗਈ ਕਿ ਅਸੀਂ ਬੇਸਿਕ ਆਪਣੇ ਲਈ ਧਿਆਨ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਟਾਈਮ ਦੇਣਾ। ਈਜ਼ੀਐਸਟ ਪ੍ਰੋਸੈਸ ਹੈ ਡੀਪ ਬਰੀਥਿੰਗ ਅਤੇ ਸਲੋ ਬਰੀਥਿੰਗ। ਸਾਹ ਭਰਨਾ, ਨੱਕ ਤੋਂ ਲੰਗਸ ਫੁੱਲਣਾ ਸ਼ੁਰੂ ਹੋਣਗੇ। ਇਸ ਤੋਂ ਬਾਅਦ ਤੁਹਾਨੂੰ ਅਗਲੇ ਸਾਹ 'ਤੇ ਹੋਰ ਗਹਿਰਾ, ਅਗਲੇ ਸਾਹ 'ਤੇ ਹੋਰ ਗਹਿਰਾ, ਨਾਭੀ ਤੱਕ ਉਹ ਸਾਹ ਜਾਂਦਾ ਮਹਿਸੂਸ ਹੋਏਗਾ। ਜਦੋਂ ਉਹ ਸਾਹ ਨਾਭੀ ਤੱਕ ਜਾਂਦਾ ਹੈ, ਸਰਲ ਭਾਸ਼ਾ ਦੇ ਵਿੱਚ, ਸਾਡੇ ਗ੍ਰੰਥਾਂ ਦੇ ਵਿੱਚ, ਸਾਡੇ ਪੁਰਾਣੇ ਸਕ੍ਰਿਪਟਸ ਦੇ ਵਿੱਚ ਇੱਕ ਚੀਜ਼ ਦਿੱਤੀ ਹੋਈ ਹੈ। ਪ੍ਰਾਣਿਕ ਊਰਜਾ ਜਾਂ ਅਗਨੀ ਸਾਡੇ ਉਦਰ ਵਿੱਚ ਵਾਸ ਕਰਦੀ ਹੈ, ਨਾਭੀ ਵਿੱਚ ਅਗਨੀ ਹੈ। ਸਭ ਨੇ ਇਸ ਚੀਜ਼ ਨੂੰ ਮਹਿਸੂਸ ਕਰਨਾ। ਅਸੀਂ ਜਦੋਂ ਲੰਬਾ ਸਾਹ ਭਰਦੇ ਅਸੀਂ ਕੀ ਕਰਦੇ ਹਾਂ? ਅਸੀਂ ਆਪਣੀ ਨਾਭੀ ਵਿੱਚ ਮੌਜੂਦ ਉਸ ਅਗਨੀ ਨੂੰ ਹਵਾ ਦਿੰਦੇ ਹਾਂ। ਜਦੋਂ ਤੁਸੀਂ ਪੁਰਾਣੇ ਤਰੀਕੇ ਨਾਲ ਰੋਟੀਆਂ ਬਣਾਉਂਦੇ ਸੀਗੇ, ਫੂਕ ਮਾਰ ਕੇ ਅਗਨੀ ਵਧਾਉਂਦੇ ਸੀਗੇ। ਭੱਠੀ ਚਲਾਉਂਦੇ ਹਾਂ, ਕੀ ਕਰਦੇ ਹਾਂ? ਹਵਾ ਦੇ ਬਹਾਵ ਦੇ ਨਾਲ ਅਗਨੀ ਵੱਧਦੀ ਹੈ। ਤੁਸੀਂ ਉਹ ਹਵਾ ਦਿੰਦੇ ਹੋ ਅਤੇ ਤੁਹਾਡੀ ਅਗਨੀ ਉਹ ਵੱਧਦੀ ਹੈ। ਤੁਹਾਡੇ ਜੀਵਨ ਦੇ ਵਿੱਚ ਊਰਜਾ ਬਣਦੀ ਹੈ। ਉਸ ਊਰਜਾ ਦੇ ਨਾਲ ਤੁਸੀਂ, ਜਿਹੜਾ ਬੰਦਾ ਅੱਧਾ ਘੰਟਾ ਨਹੀਂ ਨਾ ਬੈਠ ਸਕਦਾ, ਜਿੱਦਣ ਤੁਹਾਡਾ ਸਾਹ ਨਾਭੀ ਤੱਕ ਚੱਲਣ ਲੱਗ ਜਾਵੇ, ਤੁਹਾਡੀ ਉਹ ਸੀਟਿੰਗ 2 ਘੰਟੇ ਵਿੱਚ ਚੱਲੀ ਜਾਊਗੀ, ਤੁਹਾਨੂੰ ਪਤਾ ਨਹੀਂ ਲੱਗੇਗਾ। ਇਹ ਸੱਚਾਈ ਹੈ, ਜਿਹਨੂੰ ਅਸੀਂ ਅੱਜ ਦੇ ਸਮੇਂ 'ਚ ਮੰਨਦੇ ਨਹੀਂ।
ਤੁਹਾਨੂੰ ਇਹ ਮੈਡੀਟੇਸ਼ਨ ਕੋਈ ਨਹੀਂ ਕਰਵਾਉਂਦਾ। ਤੁਹਾਨੂੰ ਕਹਿੰਦੇ ਆ ਸਾਹ ਭਰੋ, ਛੱਡੋ, ਹੋ ਗਿਆ। ਸਾਹ ਭਰੋ, ਹੋਲਡ ਕਰੋ, ਛੱਡੋ, ਹੋਲਡ ਕਰੋ, ਭਰੋ, ਰੁਕੋ, ਛੱਡੋ, ਰੁਕੋ। ਉਹ ਜਿਹੜਾ ਇੱਕ 2 ਸੈਕਿੰਡ ਦਾ ਗੈਪ ਹੈ ਨਾ, ਉਹ ਤੁਹਾਡੇ ਸਰੀਰ ਨੂੰ ਅਗਲੀ ਵਾਰ ਹੋਰ ਜ਼ਿਆਦਾ ਸਾਹ ਭਰਨ ਲਈ ਕਾਬਿਲ ਬਣਾਉਂਦਾ। ਅਸੀਂ ਉਸ ਊਰਜਾ ਨੂੰ ਪ੍ਰਜਵਲਿਤ ਕਰਦੇ ਹਾਂ, ਵਧਾਉਂਦੇ ਹਾਂ, ਉਹਦੀ ਪਾਵਰ ਵੱਧਦੀ ਹੈ, ਉਹ ਸਾਡੇ ਜੀਵਨ ਨੂੰ ਵਧਾਉਂਦੀ ਹੈ। ਜਿਹੜੇ ਇਨਸਾਨ ਦੀ ਜ਼ਿੰਦਗੀ ਅੱਜ 55 ਸਾਲ ਦੀ ਐਵਰੇਜ ਰਹਿ ਗਈ, 60 ਸਾਲ ਦੀ ਐਵਰੇਜ ਰਹਿ ਗਈ ਨਾ, ਉਹ ਤੋਂ ਡੇਲੀ ਤੁਸੀਂ ਮੈਡੀਟੇਸ਼ਨ ਕਰਵਾਉਂਗੇ ਨਾ, ਜੇ ਡੇਲੀ ਉਹ ਬੰਦਾ ਆਪਣੇ ਡੀਪ ਬਰੀਦਿੰਗ ਦਾ ਇੱਕ ਪ੍ਰੋਸੈਸ ਹੀ ਫੋਲੋ ਕਰ ਲਵੇ, ਜਿਹਦੀ ਜ਼ਿੰਦਗੀ 60 ਸਾਲ ਦੀ ਹੈ, ਉਹ ਬੰਦਾ ਆਰਾਮ ਨਾਲ 85 ਜੀਜੇਗਾ। ਇੰਨੀ ਪਰਸੈਂਟੇਜ ਉਹਦੀ ਲਾਈਫ ਦੀ ਵੈਸੇ ਵੱਧ ਜਾਂਦੀ ਹੈ। ਇਹ ਬੇਸਿਕ ਹੈ। ਜਿਹੜਾ ਬੰਦਾ ਬਹੁਤ ਬਿਮਾਰ ਰਹਿ ਰਿਹਾ ਨਾ, ਉਹਨੂੰ ਕੋਈ ਡੀਪ ਬਰੀਦਿੰਗ ਸ਼ੁਰੂ ਕਰ ਦੇਵੇ, 80% ਬੰਦਾ ਰਿਕਵਰ ਕਰ ਜਾਂਦਾ। ਤੁਹਾਡੀ ਆਪਣੀ એનર્ਜੀ ਜਦੋਂ ਵਧੇਗੀ ਨਾ, ਤੁਸੀਂ ਉਦੋਂ ਰਿਕਵਰ ਕਰੋਗੇ, ਕਿਉਂਕਿ ਖਾਣੇ ਤਾਂ ਵੈਸੇ ਇੱਦਾਂ ਦੇ ਹੈ ਕਿ ਕੀ ਹੀ ਕਹੀਏ ਨਾ, ਵੱਖਰੀ ਕੁਆਲਿਟੀ ਹੈ। ਦੂਜਾ ਧਿਆਨ ਹੈ ਸਮਾਜ ਵਾਸਤੇ। ਉਹਦੇ ਵਿੱਚ ਅਸੀਂ ਉਸ ਕਣ ਤੋਂ ਸ੍ਰਿਸ਼ਟੀ ਦੇ ਵਿੱਚ ਜਿਹੜਾ ਮੌਜੂਦ ਗਿਆਨ ਹੈ ਨਾ, ਉਸ ਗਿਆਨ ਨੂੰ ਅਰਜਿਤ ਕਰਦੇ ਹਾਂ। ਉਸ ਗਿਆਨ ਨੂੰ ਤੁਸੀਂ ਆਪਣੇ ਅੰਦਰ ਉਤਾਰਨਾ, ਪੜ੍ਹਨਾ ਉਸ ਗਿਆਨ ਨੂੰ, ਅਤੇ ਉਸ ਤੋਂ ਬਾਅਦ ਉਸ ਗਿਆਨ ਨੂੰ ਸਮਾਜ ਵਾਸਤੇ ਵਰਤਣਾ। ਗਿਆਨ ਦਾ ਇੱਕ ਨਿਯਮ ਹੈ, ਜੇ ਗਿਆਨ ਲਿੱਤਾ ਹੈ ਨਾ ਸ੍ਰਿਸ਼ਟੀ ਤੋਂ, ਅਤੇ ਉਹ ਸਮਾਜ ਵਾਸਤੇ ਦੇਣਾ ਪਏਗਾ। ਬੜਾ ਜ਼ਰੂਰੀ ਪਾਰਟ ਹੈ। ਜੇ ਤੁਸੀਂ ਗਿਆਨ ਲਿੱਤਾ ਹੈ ਅਤੇ ਉਹਨੂੰ ਤੁਸੀਂ ਸਮਾਜ ਵਾਸਤੇ ਦੇਣਾ ਹੈ। ਜੇ ਤੁਸੀਂ ਕੁਛ ਗੇਨ ਕਰਦੇ ਹੋ, ਕੁਛ ਆਪਣੇ ਜੀਵਨ 'ਚ ਉਤਾਰਿਆ ਕੁਦਰਤ ਤੋਂ, ਉਹਨੂੰ ਕੁਦਰਤ ਨੂੰ ਵਾਪਸ ਕਰਨਾ। ਇਸ ਲਈ ਜ਼ਿਆਦਾਤਰ ਲੋਕ ਤੁਹਾਨੂੰ ਗਿਆਨ ਵੱਲ ਤੋਰਦੇ ਹੀ ਨਹੀਂ, ਕਿ ਜਦੋਂ ਤੁਸੀਂ ਗਿਆਨੀ ਹੋ ਗਏ ਤਾਂ ਉਹਨਾਂ ਦੀ ਬੇਵਕੂਫ ਵਾਲੀ ਗੱਲਾਂ ਕਿਉਂ ਸੁਣੋਗੇ। ਤੁਹਾਡੇ ਮਨ 'ਚ ਲਾਲਚ ਨਹੀਂ ਰਹੇਗਾ। ਜਿਹਦੇ 'ਚ ਗਿਆਨ ਹੈ ਨਾ, ਉਹਦੇ ਮਨ 'ਚ ਲਾਲਚ ਨਹੀਂ ਰਹੇਗਾ। ਤੁਹਾਡੀ ਵਿਵਸਥਾ ਨੂੰ ਸਮਝਣ ਦਾ ਤਰੀਕਾ ਬਦਲ ਜਾਏਗਾ, ਨਜ਼ਰੀਆ ਬਦਲ ਜਾਏਗਾ। ਉਸ ਪੈਟਰਨ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਘੱਟ ਤੋਂ ਘੱਟ ਜੇ ਤੁਸੀਂ ਆਪਣੇ ਤੱਕ ਵੀ ਕਰੋ ਨਾ, ਤੁਹਾਡੀ 90% ਮੈਡੀਕਲ ਪ੍ਰੋਬਲਮਸ ਖਤਮ ਹੋ ਜਾਣਗੀਆਂ। 21 ਡੇਜ਼ ਦਾ ਟਾਈਮ, ਜਿਹਨੂੰ ਮੈਂ ਵੈਸੇ ਕਹਿੰਦਾ ਬੇਵਕੂਫੀ ਹੈ। ਜੇ ਤੁਸੀਂ ਧਿਆਨ ਸਿਰਫ 21 ਦਿਨ ਕਰਦੇ ਹੋ ਨਾ, ਸੱਚੀ ਬੇਵਕੂਫੀ ਹੈ। ਬਟ ਜੇ ਤੁਸੀਂ ਆਪਣੀ ਡਾਈਟ 21 ਡੇਜ਼, ਹਰ 6 ਮਹੀਨੇ 'ਚ ਇੱਕ ਵਾਰੀ 21 ਦਿਨ ਆਰਗੈਨਿਕ ਫਰੂਟ ਅਤੇ ਵੈਜੀਟੇਬਲਸ ਕਰਦੇ ਹੋ, ਵੈਸੇ ਹੀ ਗਰੋ ਕਰ ਜਾਓ। ਇੱਕ ਫਰੈਸ਼ ਅਤੇ ਆਰਗੈਨਿਕ ਫਰੂਟ ਖਾਂਦੇ ਹੋ, ਤੁਹਾਡੀ ਲਾਈਫ ਦੇ ਵਿੱਚ ਵੈਸੇ ਹੀ ਚੇਂਜ ਆਉਂਦਾ। 21 ਡੇਜ਼ ਦਾ ਟਾਈਮ ਜਿਹੜਾ, ਉਹ ਤੁਹਾਡੀ ਬੋਡੀ ਦੀ ਐਨਰਜੀ ਨੂੰ ਬਦਲ ਦੇਗਾ। 21 ਦਿਨਾਂ ਦੇ ਵਿੱਚ ਸਰੀਰ ਦੇ ਵਿੱਚ ਮੌਜੂਦ ਪੁਰਾਣੇ ਕਿਸੇ ਵੀ ਖਾਣੇ ਦੇ ਟ੍ਰੇਸਿਸ ਖਤਮ ਹੋ ਜਾਣਗੇ। ਪੁਰਾਣੇ ਕਿਸੇ ਵੀ ਖਾਣੇ ਦੇ ਟ੍ਰੇਸਿਸ ਜਦੋਂ ਖਤਮ ਹੋ ਜਾਣਗੇ 21 ਦਿਨਾਂ ਦੇ ਵਿੱਚ, ਤੁਸੀਂ ਆਪਣੀ ਲਾਈਫ ਦੇ ਵਿੱਚ ਇੱਕ ਵੱਖਰੀ ਊਰਜਾ ਨੂੰ ਮਹਿਸੂਸ ਕਰ ਸਕਦੇ ਹੋ। ਸਾਡੇ ਖਾਦੇ ਟੌਕਸਿਕ ਖਾਣੇ, ਬੇਵਜ੍ਹਾ ਦੇ ਪ੍ਰੀਜ਼ਰਵੇਟਿਵ ਜਿਹੜੇ ਅੰਦਰ ਗਏ ਆ, ਉਹ ਖਤਮ ਹੋਣ ਦੇ ਨਾਲ ਅਗਲੇ 3 ਮਹੀਨੇ ਤੱਕ ਤੁਹਾਨੂੰ ਜਿਹੜੀ ਐਨਰਜੀ ਫੀਲ ਹੋਏਗੀ, ਉਹ ਬਿਲਕੁਲ ਵੱਖਰੀ ਹੋਏਗੀ। ਉਸ ਤੋਂ ਬਾਅਦ ਉਹ ਟੁੱਟਣੀ ਸ਼ੁਰੂ ਹੋ ਜਾਏਗੀ। ਪਰ ਹਰ 6 ਮਹੀਨੇ ਬਾਅਦ ਜੋ ਤੁਸੀਂ ਕਰਦੇ ਰਹਿੰਦੇ ਹੋ ਨਾ, ਇੱਕ ਨੋਰਮਲ ਇਨਸਾਨ ਦੀ ਲਾਈਫ 5 ਤੋਂ 10 ਸਾਲ ਵੈਸੇ ਵੱਧ ਜਾਏਗੀ। ਇਹ ਬੇਸਿਕਸ ਹੈ। ਘੱਟ ਤੋਂ ਘੱਟ ਇਹਨਾਂ ਚੀਜ਼ਾਂ ਨਾਲ ਸਮਾਜ ਸ਼ੁਰੂ ਕਰੇ, ਬਹੁਤ ਜ਼ਿਆਦਾ ਡਿਫਰੈਂਸ ਹੁੰਦਾ। ਜ਼ਰੂਰਤ ਕਿਉਂ ਹੈ? ਕਿਉਂਕਿ ਜ਼ਰੂਰਤ ਅਸੀਂ ਆਪਣਾ ਸਟ੍ਰੈਸ ਲੈਣਾ ਸ਼ੁਰੂ ਕਰਤਾ, ਉਹਨੂੰ ਘਟਾਉਣਾ। ਅਤੇ ਜੀਵਨ ਦਾ ਪਾਰਟ ਅਸੀਂ ਕਿਉਂ ਬਣਾਉਣਾ? ਤਾਂ ਕਿ ਅਸੀਂ ਗਰੋ ਕਰ ਸਕੀਏ। ਸਟ੍ਰੈਸ ਘਟਾ ਕੇ ਤੁਸੀਂ ਸਿਰਫ ਅੱਧਾ ਘੰਟਾ ਆਪਣੇ ਆਪ ਨੂੰ ਦਿੰਦੇ ਪਏ ਹੋ। 45 ਮਿੰਟ ਦਾ ਟਾਈਮ ਜਿਹੜਾ, 45 ਮਿੰਟ 55 ਮਿੰਟ ਤੱਕ ਦੇ ਟਾਈਮ ਦੇ ਵਿੱਚ ਤੁਸੀਂ ਆਪਣਾ ਸਟ੍ਰੈਸ ਖਤਮ ਕਰਦੇ ਹੋ। 65 ਤੋਂ 70 ਮਿੰਟ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਗਰੋ ਕਰਦੇ ਹੋ। ਇਸ ਟਾਈਮ ਨੂੰ 2 ਘੰਟੇ ਤੱਕ ਲਿਜਾਇਆ ਜਾ ਸਕਦਾ। ਅਤੇ ਜਦੋਂ ਤੁਸੀਂ ਇਹਨੂੰ 2 ਤੋਂ ਉੱਪਰ ਲੈ ਜਾਂਦੇ ਹੋ, ਫਿਰ ਤੁਸੀਂ ਉਸ ਗਿਆਨ ਨੂੰ ਅਰਜਿਤ ਕਰਨ ਦੇ ਕਾਬਿਲ ਹੋ ਜਾਂਦੇ ਹੋ। ਰੂਟੀਨ ਲਾਈਫ ਦੇ ਵਿੱਚ ਇਸ ਚੀਜ਼ਾਂ ਨੂੰ ਲਿਆਉਂਦੇ ਹੋਏ ਹੌਲੀ ਹੌਲੀ ਆਪਣੇ ਜੀਵਨ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਬਹੁਤ ਕੁਝ ਪੋਸੀਬਲ ਹੈ। ਸੋ ਇਹ ਸਨ ਓਮ ਅਨੰਤ ਕਰਨ ਗੁਰੂ ਜੀ, ਜਿਨ੍ਹਾਂ ਨੇ ਧਿਆਨ ਔਰ ਧਿਆਨ ਯੋਗ ਬਾਰੇ ਪੂਰੀ ਡਿਟੇਲ 'ਚ ਦੱਸਿਆ। ਅਗਰ ਤੁਹਾਨੂੰ ਇਹ ਖਬਰ ਅੱਛੀ ਲੱਗੀ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਔਰ ਇਹਨਾਂ ਚੀਜ਼ਾਂ ਨੂੰ ਆਪਣੀ ਜੀਵਨ ਦੇ ਵਿੱਚ, ਜੀਵਨ ਨੂੰ ਪਰਿਵਰਤਨ ਚੇਂਜ ਕਰਨ ਵਾਸਤੇ ਇਹਨਾਂ ਚੀਜ਼ਾਂ ਨੂੰ ਆਪਣੇ ਰੂਟੀਨ ਦੇ ਵਿੱਚ ਲੈ ਕੇ ਆਓ। ਧੰਨਵਾਦ ਜੀ।